This is a Red FM Vancouver podcast. Make sure you hit subscribe for more great content. For further info, log on to redfm.ca. ਆਲਮੀ ਪੱਧਰ 'ਤੇ ਸੰਸਾਰ ਦੇ ਸਾਰੇ ਮੁਲਕਾਂ ਦੇ ਵਿੱਚ ਇੱਕ ਦੂਜੇ ਨਾਲ ਰੇਸ ਲੱਗੀ ਹੋਈ ਆ ਕਿ ਕਿਹੜਾ ਮੁਲਕ ਕਿਹੜੇ ਖੇਤਰ ਦੇ ਵਿੱਚ ਵੱਧ ਕਾਰਗਰ ਸਾਬਤ ਹੋ ਸਕਦਾ ਹੈ, ਕਿਹਨਾਂ ਦੀ ਵੱਧ ਚੱਲਦੀ ਹੈ। ਜਿਸ ਤਰੀਕੇ ਨਾਲ ਵਿਅਕਤੀਆਂ ਦੇ ਵਿੱਚ ਕੰਪੀਟੀਸ਼ਨ ਹੈ, ਇਸੇ ਤਰ੍ਹਾਂ ਦੇਸ਼ਾਂ ਦੇ ਵਿੱਚ ਵੀ ਕੰਪੀਟੀਸ਼ਨ ਹੈ। ਬਹੁਤ ਸਾਰੀਆਂ ਅੰਤਰਰਾਸ਼ਟਰੀ ਸੰਸਥਾਵਾਂ ਨੇ। ਕਾਮਨਵੈਲਥ ਵੀ ਇੱਕ ਸੰਸਥਾ ਹੈ ਜਿਹਦੇ 'ਚ ਸਿਰਫ ਕਾਮਨਵੈਲਥ ਕੰਟਰੀਜ਼ ਨੇ, ਪਰ ਯੂਨਾਈਟਿਡ ਨੇਸ਼ਨਸ ਜਿਹੜਾ ਸੰਯੁਕਤ ਰਾਸ਼ਟਰ ਉਸ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਇੱਕ ਵੱਖ-ਵੱਖ ਰਾਸ਼ਟਰਾਂ ਦਾ ਸੰਯੁਕਤ ਜਥੇਬੰਦੀ ਹੈ। ਸੋ ਯੂਨਾਈਟਿਡ ਨੇਸ਼ਨਸ ਜਿਹੜੀਆਂ ਨੇ ਇਸ ਦੇ ਵਿੱਚ ਵੀ ਇਕੱਲਾ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨਹੀਂ, ਸਗੋਂ ਉਹਨਾਂ ਦੇ ਵਿੱਚੋਂ ਇੱਕ ਮੋਹਰੀ ਮੁਲਕਾਂ ਨੇ ਆਪਣਾ ਗਰੁੱਪ ਬਣਾਇਆ ਹੋਇਆ ਜਿਹਨੂੰ ਸਿਕਿਉਰਿਟੀ ਕਾਊਂਸਲ ਕਹਿੰਦੇ ਆ। ਉਹਦੇ ਵਿੱਚ ਜੇ ਕੋਈ ਮਤਾ ਪਾਸ ਹੁੰਦਾ ਤਾਂ ਉਹਨਾਂ ਮੁਲਕਾਂ ਦੇ ਕੁਝ ਮੁਲਕਾਂ ਦੇ ਲੀਡਰਾਂ ਨੂੰ ਵੀਟੋ ਦਾ ਹੱਕ ਹੈ। ਕੈਨੇਡਾ ਉਸ ਸਿਕਿਉਰਿਟੀ ਦੇ ਉਹਨਾਂ ਸੀਟਾਂ ਦੇ ਵਿੱਚ ਸ਼ਾਮਲ ਨਹੀਂ ਹੈ। ਯੂਨਾਈਟਿਡ ਨੇਸ਼ਨਸ ਦੀ ਸਿਕਿਉਰਿਟੀ ਕਾਊਂਸਲ ਦੇ ਵਿੱਚ ਕੈਨੇਡਾ ਨਹੀਂ ਬੈਠਾ ਸੀ। ਸੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਚਾਹੁੰਦੇ ਸਨ ਕਿ ਇਸ ਦੇ ਵਿੱਚ ਕੈਨੇਡਾ ਲਈ ਸੀਟ ਹੋਵੇ। ਉਸ ਦੇ ਲਈ ਉਹ ਕੈਂਪੇਨ ਕਰਦੇ ਰਹੇ। ਇਸ ਤੋਂ ਪਹਿਲਾਂ ਵੀ ਕੈਂਪੇਨਸ ਹੋਈਆਂ, ਲੇਕਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2 ਮਿਲੀਅਨ ਤੋਂ ਵੱਧ ਇਹ 'ਤੇ ਖਰਚ ਵੀ ਕਰ ਦਿੱਤਾ। ਲੇਕਿਨ ਫਿਰ ਵੀ ਇਹ ਗੱਲ ਜਿਹੜੀ ਹੈ ਸਿਰੇ ਨਾ ਚੜ੍ਹ ਸਕੀ। ਕੱਲ੍ਹ ਵੋਟਾਂ ਪਈਆਂ ਅਤੇ ਰਿਜ਼ਲਟ ਵੀ ਆ ਗਿਆ। ਅਸੀਂ ਤੁਹਾਨੂੰ ਬ੍ਰੇਕਿੰਗ ਨਿਊਜ਼ ਵੀ ਦਿੱਤੀ ਸੀ ਔਰ ਹਾਰ ਗਏ। ਕੈਨੇਡਾ ਵਾਲੇ ਜਿੱਤ ਨਾ ਸਕੇ। ਕੈਨੇਡਾ ਨੂੰ 108 ਵੋਟਾਂ ਪਈਆਂ, ਜਦ ਕਿ ਜਿੱਤਣ ਵਾਲੇ ਨੂੰ 128 ਵੋਟਾਂ ਚਾਹੀਦੀਆਂ ਸੀ। 20 ਵੋਟਾਂ ਘੱਟ ਗਈਆਂ। ਅਫਰੀਕਾ, ਇੰਡੀਆ, ਇਥੋਪੀਆ, ਗੱਲ ਕੀ ਬਹੁਤ ਸਾਰੇ ਮੁਲਕਾਂ ਨੂੰ ਉਹਨਾਂ ਨੇ ਪਹੁੰਚ ਕੀਤੀ ਸੀ, ਲੇਕਿਨ ਉਹ ਗੱਲ ਬਣ ਨਾ ਸਕੀ। ਉਸ ਤੋਂ ਬਾਅਦ ਜਿਹੜੀ ਨਮੋਸ਼ੀ ਹੋਈ ਸੋ ਹੋਈ। ਹੁਣ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਉਂ ਅਸੀਂ ਹਾਰੇ, ਕਿਉਂ ਆ। ਉਹਦੇ 'ਚ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਕਈ ਗੱਲਾਂ ਕੀਤੀਆਂ ਨੇ। ਐਂਡਰੂ ਸ਼ੀਰ ਹੋਰਾਂ ਨੇ ਵੀ ਇਹ ਗੱਲ ਕਹੀ ਆ। ਉਹ ਕਹਿੰਦੇ ਇਹ ਤਾਂ ਹੁਣ ਨਜ਼ਰ ਆ ਰਿਹਾ ਸਾਫ਼ ਕਿ ਅਸੀਂ ਅੰਤਰਰਾਸ਼ਟਰੀ ਪਾਲਿਸੀ ਦੇ ਵਿੱਚ ਫੇਲ ਹਾਂ। ਹੁਣ ਜਿਹੜੇ ਹੁਣ ਦੇ ਇਸ ਵੇਲੇ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ, ਪਹਿਲਾਂ ਉਹ ਫੋਰਨ ਅਫੇਅਰਸ ਦੇ ਇੰਚਾਰਜ ਰਹੇ, ਗਲੋਬਲ ਅਫੇਅਰਸ ਦੇ ਇੰਚਾਰਜ ਰਹੇ। ਉਹਨਾਂ ਦੇ ਸਮੇਂ ਦੇ ਵਿੱਚ ਉਹਨਾਂ ਨੇ ਇੰਨੀਆਂ ਗਲਤੀਆਂ ਕੀਤੀਆਂ, ਇੰਨੀਆਂ ਬੱਜਰ ਗਲਤੀਆਂ ਕੀਤੀਆਂ ਕਿ ਚੀਨ ਨਾਲ ਵਿਗੜ ਗਈ ਔਰ ਸਾਊਦੀ ਅਰੇਬੀਆ ਨਾਲ ਵਿਗੜ ਗਈ, ਅਮਰੀਕਾ ਨਾਲ ਵੀ ਵਿਗੜ ਚੱਲੀ ਸੀ, ਵਿਗੜੀ ਹੋਈ ਹੈ ਉਦੋਂ ਦੀ। ਔਰ ਹੋਰ ਬਹੁਤ ਸਾਰੇ ਮੁਲਕਾਂ ਨਾਲ ਜਿਹੜੇ ਕੰਮ ਉਹਨਾਂ ਨੂੰ ਮਿਲ ਕੇ ਮੀਟਿੰਗ ਕਰਕੇ ਅੰਦਰ ਦਫ਼ਤਰ 'ਚ ਬੈਠ ਕੇ ਕਰਨੇ ਚਾਹੀਦੇ ਸੀ, ਔਰ ਉਸ ਮਿਨਿਸਟਰ ਨੇ ਉਸ ਵੇਲੇ ਫੋਰਨ ਮਿਨਿਸਟਰ ਸਨ, ਔਰ ਉਹਨਾਂ ਨੇ ਉਹ ਟਵਿੱਟਰ 'ਤੇ ਕਰਨੇ ਸ਼ੁਰੂ ਕਰ ਦਿੱਤੇ, ਜਿਸ ਤੋਂ ਕਈ ਲੀਡਰ ਚਿੜ ਗਏ ਔਰ ਤਕਰੀਬਨ ਦੁਨੀਆ ਦੇ ਵਿੱਚ ਕੈਨੇਡਾ ਦਾ ਅਕਸ ਹੀ ਉਹ ਸਮੁੱਚੇ ਤੌਰ 'ਤੇ ਖਰਾਬ ਹੋ ਗਿਆ। ਉਹਨਾਂ ਦੀ ਬੇਸ਼ੱਕ ਮਿਨਿਸਟਰੀ ਬਦਲ ਦਿੱਤੀ ਜਸਟਿਨ ਟਰੂਡੋ ਹੋਰਾਂ ਨੇ, ਉਹਨਾਂ ਤੋਂ ਫੋਰਨ ਅਫੇਅਰਸ ਖੋਹ ਲਿਆ ਗਿਆ, ਲੇਕਿਨ ਉਹ ਕਿਸੇ ਵਜ੍ਹਾ ਕਰਕੇ ਉਹਨਾਂ ਨੂੰ ਡਿਮੋਟ ਨਹੀਂ ਸਨ ਕਰਨਾ ਚਾਹੁੰਦੇ। ਉਹਨਾਂ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਦਾ ਅਹੁਦਾ ਦੇ ਦਿੱਤਾ ਗਿਆ। ਉਸ ਤੋਂ ਬਾਅਦ ਮਿਸਟਰ ਸ਼ੈਂਪੇਨ ਹੁਣ ਆਏ ਨੇ ਫੋਰਨ ਮਿਨਿਸਟਰ। ਦੇਖੋ, ਫੋਰਨ ਮਿਨਿਸਟਰੀ ਇੱਕ ਬਹੁਤ ਵੱਡੀ ਫਾਈਲ ਆ। ਉਹਨੂੰ ਸਮਝਣ ਲਈ, ਸੋਚਣ ਲਈ, ਨੀਤੀ ਘੜਨ ਲਈ, ਚੇਂਜ ਕਰਨ ਲਈ ਕਾਫੀ ਟਾਈਮ ਚਾਹੀਦਾ ਅਤੇ ਉਹਨਾਂ ਨੂੰ ਕਾਫੀ ਹੈਲਪ ਦੀ ਜ਼ਰੂਰਤ ਹੋਇਆ ਕਰਦੀ ਹੈ। ਸੋ ਅੰਤਰਰਾਸ਼ਟਰੀ ਨੀਤੀ ਦੇ ਮੁਤਲਕ ਮਿਸਟਰ ਸ਼ੈਂਪੇਨ ਨੂੰ ਇਸ ਕਰਕੇ ਹਾਲੇ ਅਸੀਂ ਬਲੇਮ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਤਾਂ ਹਾਲੇ ਇਹ ਫਾਈਲ ਸੰਭਾਲੀ ਹੀ ਹੈ। ਸੋ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪ੍ਰਧਾਨ ਮੰਤਰੀ ਖੁਦ ਜਾ ਕੇ ਇਹ ਕੈਂਪੇਨ ਕਰਦੇ ਰਹੇ ਨੇ, ਲੇਕਿਨ ਹੁੰਦਾ ਨਹੀਂ ਇਸ ਤਰ੍ਹਾਂ। ਜਿਹੜੇ ਲੋਕ ਕਹਿੰਦੇ ਹੁੰਦੇ ਕਿ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ, ਉਹ ਸਾਰੇ ਨਹੀਂ ਪਾਉਂਦੇ। 20 ਵੋਟਾਂ ਥੁੜ ਗਈਆਂ। ਪ੍ਰਧਾਨ ਮੰਤਰੀ ਇਸ ਕੈਂਪੇਨ ਦੇ ਵਿੱਚ ਹਾਰ ਗਏ। ਨਮੋਸ਼ੀ ਹੋਈ। ਵਿਰੋਧੀ ਪਾਰਟੀਆਂ ਲਗਾਤਾਰ NDP ਦੇ ਜਿਹੜੇ ਕ੍ਰਿਟਿਕ ਨੇ, ਜੈਕ ਹੈਰਿਸ, ਉਹਨਾਂ ਨੇ ਵੀ ਬਹੁਤ ਤਿੱਖੀਆਂ ਗੱਲਾਂ ਕੀਤੀਆਂ ਨੇ ਕਿ ਇਹਨਾਂ ਨੇ ਜਲੂਸ ਕੱਢਤਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੈਨੇਡਾ ਦਾ। ਹੁਣ ਕੈਨੇਡਾ ਦੇ ਜਿਹੜੇ ਮੁਕਾਬਲੇ ਦੇ ਵਿੱਚ 2 ਮੁਲਕ ਸੀ, ਨਾਰਵੇ ਅਤੇ ਆਇਰਲੈਂਡ। ਉਹ ਆਇਰਲੈਂਡ ਇੱਕ ਛੋਟਾ ਮੁਲਕ ਆ ਔਰ ਹੈ ਯੂਰਪੀਅਨ ਮੁਲਕ, ਲੇਕਿਨ ਉਹ ਵੀ ਜਿੱਤ ਗਏ। ਮਸਾਂ ਹੀ ਜਿੱਤੇ ਆ। 128 ਚਾਹੀਦੀਆਂ ਸੀ, 128 ਵੋਟਾਂ ਉਹਨਾਂ ਨੂੰ ਪੈ ਗਈਆਂ ਜਿੱਤਣ ਵਾਲੇ ਨੂੰ, ਅਤੇ ਨਾਰਵੇ ਵਾਲੇ ਜਿੱਤ ਗਏ ਆ। ਹੁਣ ਇਹ ਜਿਹੜੀ ਇਹਨਾਂ ਦੀ ਦੋਨਾਂ ਦੀ ਜਿੱਤ ਆ ਅਤੇ ਕੈਨੇਡਾ ਦੀ ਹਾਰ ਹੈ, ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਦੋਂ ਅਸੀਂ ਮੁਲਕਾਂ ਦੀ ਗੱਲ ਕਰਦੇ ਹਾਂ, ਬੇਸ਼ੱਕ ਕੈਨੇਡਾ ਕੋਲ ਵੀਟੋ ਪਾਵਰ ਨਹੀਂ ਸੀ ਆਉਣੀ, ਲੇਕਿਨ ਸਿਕਿਉਰਿਟੀ ਕਾਊਂਸਲ ਦੇ ਵਿੱਚ ਹੀ ਉਹਨਾਂ 5 ਵੱਡੀਆਂ ਤੋਪਾਂ ਦੇ ਨਾਲ ਬੈਠਣਾ ਜਿਨ੍ਹਾਂ ਕੋਲ ਵੀਟੋ ਪਾਵਰ ਹੈ, ਜਿਨ੍ਹਾਂ 'ਚ ਫਰਾਂਸ ਵੀ ਸ਼ਾਮਲ ਹੈ। ਸੋ ਉਹਨਾਂ ਦੇ ਨਾਲ ਉਹ ਨਹੀਂ ਬੈਠ ਸਕਣਗੇ। ਇਸ ਦੇ ਨਾਲ ਕੀ ਸਾਡੀ ਅੰਤਰਰਾਸ਼ਟਰੀ ਪਾਲਿਸੀ ਵਾਕਈ ਫੇਲ ਹੋਈ ਹੈ। ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਕਿ ਮੁਲਕਾਂ ਕਈਆਂ ਨਾਲ ਵਿਗੜੀ ਹੋਈ ਹੈ ਔਰ ਉਹ ਵਿਗੜੀ ਵੀ ਬਹੁਤ ਨਗੂਣੀਆਂ ਗੱਲਾਂ ਪਿੱਛੇ ਹੋਈ ਹੈ।
ਸਾਡਾ ਕੈਨੇਡਾ ਦਾ ਤਾਂ ਡਾਇਰੈਕਟਲੀ ਕਦੇ ਇੰਟਰਸਟ ਵੀ ਨਹੀਂ ਹੁੰਦਾ। ਅਮਰੀਕਾ ਦੇ ਕਹੇ ਤੋਂ ਵਾਵੇ ਦੀ CFO ਨੂੰ ਗ੍ਰਿਫਤਾਰ ਕਰ ਲੈਣਾ ਅਤੇ ਖੱਜਲ ਖੁਆਰੀ, ਉਸ ਤੋਂ ਬਾਅਦ ਚੀਨ ਨਾਲ ਮੁੱਢੋਂ ਸੁੱਢੋਂ ਵਿਗੜੀ ਹੋਈ ਹੈ। ਕਦੇ ਉਹ ਸਾਡਾ ਕਨੂਲਾ ਨਹੀਂ ਲੈਂਦੇ, ਕਦੇ ਸਾਡਾ ਮੀਟ ਖਰੀਦਣਾ ਬੰਦ ਕਰ ਦਿੰਦੇ ਨੇ। ਹੁਣ ਉਹ ਕਹਿੰਦੇ ਤੁਹਾਡੀਆਂ ਲੌਗਾਂ 'ਚ ਵੀ ਕੈਨੇਡਾ ਦੀਆਂ ਸਾਡੇ ਬ੍ਰਿਟਿਸ਼ ਕੋਲੰਬੀਆ ਤੋਂ ਜਾਂਦੀਆਂ ਸੋਨੇ ਵਰਗੀਆਂ ਲੌਗਾਂ ਦੇ ਵਿੱਚ ਕਹਿੰਦੇ ਟਿੱਡੀਆਂ ਆਉਂਦੀਆਂ ਨੇ। ਸੋ ਅਸੀਂ ਉਹ ਕਹਿੰਦੇ ਧਮਕੀ ਦੇ ਰਿਹਾ ਕਿ ਅਸੀਂ ਖਰੀਦਣੀਆਂ ਬੰਦ ਕਰ ਦਿਆਂਗੇ। ਉਹ ਵੀ ਫੋਰਨ ਪਾਲਿਸੀ ਦੀ ਫੇਲੂਅਰ ਦਾ ਹੀ ਨਤੀਜਾ ਹੈ। ਜਿਨ੍ਹਾਂ ਮੁਲਕਾਂ ਨਾਲ ਅਸੀਂ ਵਪਾਰ ਕਰਦੇ ਹਾਂ ਔਰ ਜਿਨ੍ਹਾਂ ਦੇ ਅਸੀਂ ਨਿਰਭਰ ਕਰਦੇ ਹਾਂ, ਉਹਨਾਂ ਨਾਲ ਵੀ ਬਣਾ ਕੇ ਨਾ ਰੱਖੀ ਜਾ ਸਕੀ। ਸੋ ਹੁਣ ਇਸ ਫੇਲੂਅਰ ਤੋਂ ਬਾਅਦ ਬਹੁਤ ਸਾਰੀ ਹੋ ਸਕਦਾ ਹੈ ਕਿ ਫੋਰਨ ਪਾਲਿਸੀ ਦੇ ਵਿੱਚ ਤਬਦੀਲੀਆਂ ਕਰ ਦਿੱਤੀਆਂ ਜਾਣ, ਲੇਕਿਨ ਹਾਲੇ ਪਤਾ ਲੱਗ ਰਿਹਾ ਕਿ ਕੋਈ ਕਮੇਟੀ ਬਣੇਗੀ। ਫਿਰ ਉਸ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਮਿਸਟਰ ਸ਼ੈਂਪੇਨ ਕੀ ਪਾਲਿਸੀ ਚੇਂਜ ਕਰਦੇ ਨੇ, ਪਰ ਚੇਂਜ ਜ਼ਰੂਰ ਕਰਨੀ ਪਏਗੀ। ਸਿਕਿਉਰਿਟੀ ਕੌਂਸਲ ਦੀਆਂ 10 ਸੀਟਾਂ ਨੇ ਅਤੇ ਟੈਂਪਰੇਰੀ ਮੈਂਬਰਸ ਜਿਹੜੇ ਜੁਆਇਨ ਕਰਦੇ ਨੇ ਉਹਨਾਂ ਦੀ 2 ਸਾਲ ਦੀ ਟਰਮ ਹੋਇਆ ਕਰਦੀ ਹੈ। 5 ਜਿਹੜੇ ਪਰਮਾਨੈਂਟ ਮੈਂਬਰ ਨੇ ਜਿਨ੍ਹਾਂ ਕੋਲ ਵੀਟੋ ਪਾਵਰ ਹੈ, ਉਹਨਾਂ ਦੇ ਵਿੱਚ ਯੂਨਾਈਟਿਡ ਸਟੇਟਸ, ਯੂਨਾਈਟਿਡ ਕਿੰਗਡਮ, ਇੰਗਲੈਂਡ, ਫਰਾਂਸ, ਰੂਸ ਅਤੇ ਚੀਨ ਹੈ। ਅਤੇ ਇਹ ਕੋਈ ਵੀ ਰੈਜ਼ੋਲੂਸ਼ਨ ਆਵੇ ਇਸ ਨੂੰ ਵੀਟੋ ਕਰ ਸਕਦੇ ਹਨ। ਹੁਣ ਕਾਰਨ ਕੀ ਹੋਏ ਇਸ ਦੇ? ਇਹਨਾਂ ਕਾਰਨਾਂ ਦੇ ਵਿੱਚ ਇੱਕ ਤਾਂ ਇਹ ਆ ਕਿ ਪੈਲਸਟੀਨੀਅਨ ਗਰੁੱਪਸ ਨੇ ਜਿਹੜੇ ਉਹ ਕੈਨੇਡਾ ਨੂੰ ਬਲੇਮ ਕਰਦੇ ਆ ਕਿ ਮਿਡਲ ਈਸਟ ਪਾਲਿਸੀਜ਼ ਦੇ ਵਿੱਚ ਇਹ ਫੇਲ ਹੋਏ ਹਨ ਅਤੇ ਸਾਡੇ ਨਾਲ ਉਹ ਆਪਣੀ ਪੂਰੀ ਨੀਤੀ ਜਿਹੜੀ ਸੀ ਉਹ ਠੀਕ ਤਰੀਕੇ ਨਾਲ ਅਪਣਾ ਨਹੀਂ ਸਕੇ, ਕਿਉਂਕਿ ਪੈਲਸਟੀਨ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਖ਼ਾਸ ਤੌਰ 'ਤੇ ਇਜ਼ਰਾਈਲ ਦੀ ਮਦਦ ਕਰਨ ਦੇ ਵਿੱਚ ਕੈਨੇਡਾ ਨੇ ਮੂਹਰਲੀਆਂ ਸਫਾਂ ਦੇ ਵਿੱਚ ਜਾ ਕੇ ਜ਼ੋਰਦਾਰ ਮਦਦ ਕੀਤੀ ਸੀ। ਔਰ ਉਸ ਤੋਂ ਬਾਅਦ ਕੈਨੇਡਾ ਕਹਿੰਦੇ ਕਿ ਆਪਣੀ ਗਲੋਬਲ ਕਨਫਲਿਕਟ ਦੀ ਜਿਹੜੀ ਆ ਫਾਈਟ ਉਹ ਇਸੇ ਤਰ੍ਹਾਂ ਜਾਰੀ ਰੱਖੇਗਾ। ਫੈਡਰਲ ਗੌਰਮੈਂਟ ਨੇ ਤਕਰੀਬਨ $2.3 ਮਿਲੀਅਨ ਇਸ ਸੀਟ ਦੀ ਕੈਂਪੇਨਿੰਗ 'ਤੇ ਖਰਚ ਕੀਤੇ ਨੇ ਅਤੇ ਕੈਨੇਡਾ ਨੇ ਆਪਣੀ ਕੈਂਡੀਡੇਸੀ ਜਿਹੜੀ ਆ ਉਹ 2016 ਦੇ ਵਿੱਚ ਐਲਾਨ ਦਿੱਤੀ ਸੀ। ਉਸ ਤੋਂ ਪਹਿਲਾਂ 2010 ਦੇ ਵਿੱਚ ਹਾਰਪਰ ਵੀ ਹਾਰ ਗਏ ਸਨ, ਉਹ ਵੀ ਇਹ ਸੀਟ ਹਾਸਲ ਨਾ ਕਰ ਸਕੇ ਅਤੇ ਹੁਣ ਹੋ ਸਕਦਾ ਸਾਨੂੰ 6 ਸਾਲ ਫਿਰ ਇੰਤਜ਼ਾਰ ਕਰਨੀ ਪਵੇ ਜੇ ਇਹ ਸੀਟ ਲੈਣੀ ਵੀ ਆ। ਇਹ ਸਾਡੇ ਕਈ ਦਾਨਿਸ਼ਮੰਦ ਲੋਕ ਨੇ ਜਿਹੜੇ ਨੌਲੇਜੇਬਲ ਲੋਕ ਨੇ, ਅੰਤਰਰਾਸ਼ਟਰੀ ਅਫੇਅਰਸ ਦੇ ਮਾਹਰ ਨੇ, ਉਹ ਕਹਿੰਦੇ ਕਿ ਇਹ ਸੀਟ ਲਈ ਇੰਨੀ ਕੈਂਪੇਨ ਕਰਨੀ ਜ਼ਰੂਰੀ ਨਹੀਂ ਸੀ। ਇਹ ਸੀਟ ਇੱਕ ਆਰਜ਼ੀ ਸੀਟ ਆ ਜਿੱਥੇ ਵੀਟੋ ਪਾਵਰ ਵੀ ਕੈਨੇਡਾ ਕੋਲ ਨਹੀਂ ਆਉਣੀ। ਕੈਨੇਡਾ ਦਾ ਜਿਹੜਾ ਆਪਣਾ ਰੋਲ ਰਿਹਾ ਉਹ ਪੀਸ ਕੀਪਰ ਦਾ ਰੋਲ ਰਿਹਾ, ਪਰ ਲੇਟਲੀ ਅਮਰੀਕਾ ਦੇ ਚੱਕ ਚਕਾਏ ਤੋਂ ਕਦੇ ਅਫਗਾਨਿਸਤਾਨ ਜਾ ਕੇ ਜਿਹੜੇ ਫੌਜੀਆਂ ਦੇ ਨਾਲ ਲੜਨਾ, ਜਿਹੜਾ ਨਾਨ ਕੰਬੈਟਨ ਰੋਲ ਸੀ ਉਹ ਨਹੀਂ ਰਿਹਾ, ਸਗੋਂ ਲੜਨ ਵਾਲਾ ਰੋਲ ਉਹਨਾਂ ਨੇ ਅਖਤਿਆਰ ਕਰ ਲਿਆ, ਜਿਸ ਤੋਂ ਇਸ ਇੰਟਰਨੈਸ਼ਨਲ ਪਾਵਰ ਲੈਵਲ ਦੇ ਉੱਤੇ ਕੈਨੇਡਾ ਦੀ ਜਿਹੜੀ ਆ ਉਹ ਬਦਖੋਈ ਹੋਈ ਸੀ। ਸੋ ਹੁਣ ਜਿਹੜੀ ਗੱਲ ਪ੍ਰਮੋਟ ਕੀਤੀ ਗਈ, ਕੈਨੇਡਾ ਦੀਆਂ ਜਿਹੜੀਆਂ ਵਧੀਆ ਗੱਲਾਂ ਦੇ ਵਿੱਚੋਂ ਪ੍ਰਮੋਟ ਕੀਤੀਆਂ ਗਈਆਂ, ਉਹਦੇ ਵਿੱਚ ਇਹ ਸੀ ਕਿ ਜੈਂਡਰ ਇਕੁਐਲਿਟੀ, ਇੰਡੀਜਨਸ ਰਾਈਟਸ ਅਤੇ ਜਿਹੜੀ ਡਾਇਵਰਸਿਟੀ, ਮਲਟੀਕਲਚਰਲਿਜ਼ਮ, ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਸੀ ਉਹ ਲੋਕਾਂ ਨੂੰ ਚੰਗੀਆਂ ਵੀ ਲੱਗਦੀਆਂ ਸਨ। ਲੇਕਿਨ ਲੋਕ ਇਹ ਨਹੀਂ ਭੁੱਲੇ ਕਿ ਕੈਨੇਡਾ ਦੇ ਕਈ ਇਹੋ ਜਿਹੇ ਫੈਸਲੇ ਲਏ ਹੋਏ ਨੇ, ਕਈ ਉਹਨਾਂ ਨੇ ਇਹੋ ਜਿਹੇ ਰੋਲ ਸੀ ਜਿਹੜੇ ਹਾਲੇ ਤੱਕ ਵੀ ਅੰਤਰਰਾਸ਼ਟਰੀ ਕਮਿਊਨਿਟੀ ਨੇ ਉਹ ਭੁੱਲ ਨਹੀਂ ਸਕੇ ਅਤੇ ਨਤੀਜੇ ਦੇ ਤੌਰ ਤੇ ਵੋਟਾਂ ਨਹੀਂ ਪੈ ਸਕੀਆਂ। 20 ਵੋਟਾਂ ਦੀ ਘਾਟ ਕਰਕੇ ਉਹਨਾਂ ਨੇ ਇਹ ਸੀਟ ਅੱਜ ਹਾਰ ਗਏ ਹਨ, ਕੱਲ੍ਹ ਹਾਰ ਗਏ ਸੀ ਦਰਅਸਲ। Thank you for listening to another Red FM podcast. Don't forget to hit subscribe and check out our Red FM Canada YouTube channel. For further info, log on to our Red FM social media platforms or visit redfm.ca. Red FM